ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਟਵੀਟ ਕਰਕੇ ਨਵੀਂ ਚਰਚਾ ਨੂੰ ਜਨਮ ਦਿੱਤਾ ਆਪਰੇਸ਼ਨ ਲੋਟਸ ਦੇ ਦਰਮਿਆਨ। ਉਹ ਚਰਚਾ ਕੀ ਹੈ? ਉਹ ਕਹਿੰਦੇ ਨੇ, ਦਾਅਵਾ ਕੀਤਾ ਉਹਨਾਂ ਨੇ ਟਵੀਟ ਦੇ ਵਿੱਚ ਕਿ ਆਮ ਆਦਮੀ ਪਾਰਟੀ ਦੇ 8 ਤੋਂ 9 ਵਿਧਾਇਕ ਜਿਹੜੇ ਆ ਕਾਂਗਰਸ ਹਾਈ ਕਮਾਂਡ ਦੇ ਸੰਪਰਕ ਦੇ ਵਿੱਚ ਹੈ ਤੇ ਉਹ ਅੰਦਰ ਖਾਤੇ ਔਖੇ ਨੇ ਤੇ ਕਾਂਗਰਸ ਨੂੰ ਜੁਆਇਨ ਕਰਨਾ ਚਾਹੁੰਦੇ ਨੇ। ਮਤਲਬ ਜੇ ਉਹਨਾਂ ਦੀ ਸਾਰੇ ਟਵੀਟ ਦਾ ਤੱਤ ਕੱਢੀਏ ਤਾਂ ਇਹ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਆਪਰੇਸ਼ਨ ਲੋਟਸ ਦੇ ਰਾਹੀਂ ਇਹ ਗੱਲ ਸਥਾਪਿਤ ਕਰਨਾ ਚਾਹੁੰਦੀ ਹੈ ਕਿ ਸਾਨੂੰ ਸਾਡੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਹੁਣ ਵਿਧਾਨ ਸਭਾ ਦੇ ਵਿੱਚ ਮਤਾ ਲਿਆਉਣਾ ਸੀ ਤੇ ਦਾਅਵਾ ਕਰਨਾ ਸੀਗਾ ਕਿ ਸਾਰੇ ਸਾਡੇ ਨਾਲ ਹੈ, ਪਰ ਰਾਜਪਾਲ ਨੇ ਉਹ ਰੱਦ ਕਰਕੇ ਇੱਕ ਦਿਨਾਂ ਦਾ ਇਜਲਾਸ ਜਿਹੜਾ ਸੀਗਾ ਰੱਦ ਕਰਕੇ ਸਾਡੇ ਨਾਲ ਪੋਲਿਟਿਕਸ ਖੇਡੀ ਹੈ। ਹੁਣ ਦੇਖੋ, ਇਹ ਰਾਜਪਾਲ ਕਹਿ ਰਹੇ ਨੇ ਕਿ ਇਹ ਜਿਹਾ ਕੋਈ ਮੱਦ ਨਹੀਂ ਹੈ ਸੰਵਿਧਾਨ ਦੇ ਵਿੱਚ ਕਿ ਭਾਈ ਤੁਸੀਂ ਸਾਬਤ ਕਰੋ ਕਿ ਤੁਹਾਡੇ ਕੋਲੇ ਪੂਰਨ ਬਹੁਮਤ ਹੈ, ਸਰਕਾਰ ਆਪਣੇ ਆਪ ਭਰੋਸਗੀ ਮਤਾ ਲਿਆਵੇ। ਇਹ ਕਹਿੰਦੇ ਕਿ ਇਹ ਕਿੱਥੇ ਲਿਖਿਆ ਕਿ ਸਰਕਾਰ ਲਿਆ ਨਹੀਂ ਸਕਦੀ। ਹੁਣ ਮਤਲਬ ਇਹ ਤਾਂ ਕੋਈ ਤਰਕ ਨਹੀਂ ਹੈ। ਜਿਹੜੀ ਚੀਜ਼ ਲਿਖੀ ਨਹੀਂ ਹੈ ਤਾਂ ਉਹਦਾ ਮਤਲਬ ਉਹ ਨਹੀਂ ਹੈ। ਇਹ ਤੇ ਜ਼ਰਾ ਨਹੀਂ ਹੋਣੀ ਚਾਹੀਦੀ। ਪਰ ਕਾਂਗਰਸ ਪ੍ਰਧਾਨ ਦੇ ਇੱਕ ਟਵੀਟ ਨੇ ਚਰਚਾ ਨੂੰ ਹੋਰ ਪਾਸਿਆਂ ਵੱਲ ਵੀ ਮੋੜਾ ਦਿੱਤਾ। ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਅਸੀਂ ਕਿ ਵਾਕਈ ਕਾਂਗਰਸ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਜਾਣਾ ਚਾਹੁੰਦੇ ਨੇ ਕਿ ਸਿਆਸਤ ਦੇ ਵਿੱਚੋਂ ਇਖਲਾਕ ਖਤਮ ਹੋ ਰਿਹਾ, ਕਿ ਬੀਜੇਪੀ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਪੋਲਿਟਿਕਸ ਹੈ ਇਹ ਲੋਕਾਂ ਨੂੰ ਕਿਸ ਭਾਅ ਪੈ ਰਹੀ ਹੈ। ਕਿ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਆਹ ਪੋਲਿਟਿਕਸ ਕਰਨੀ ਚਾਹੀਦੀ ਹੈ? ਲੋਕ ਇਹਨੂੰ ਗੁਜਰਾਤ, ਹਿਮਾਚਲ ਪ੍ਰਦੇਸ਼ ਦੇ ਨਾਲ ਕਿਉਂ ਜੋੜ ਕੇ ਦੇਖ ਰਹੇ ਨੇ? ਔਰ ਕਾਂਗਰਸ ਦੀ ਜਿਹੜੀ ਕਾਂਗਰਸ 'ਚ ਦਾਅਵਾ ਕਰ ਰਹੇ ਨੇ ਕਿ ਜਾਣਾ ਚਾਹੁੰਦੇ ਨੇ ਵਿਧਾਇਕ, ਉਹਦੀ ਦੇਸ਼ ਭਰ ਦੇ ਵਿੱਚ ਹਾਲਾਤ ਕੀ ਹੈ? ਸੋ ਇਹ 'ਤੇ ਚਰਚਾ ਕਰਾਂਗੇ। ਪਰ ਇੱਕ ਗੱਲ ਜ਼ਰੂਰ ਹੈ ਕਿ ਸਰਕਾਰ ਨੇ 1 ਸਾਲ ਵੀ ਪੂਰਾ ਨਹੀਂ ਕੀਤਾ ਹਾਲੇ ਤੱਕ, ਤੇ ਪਰ ਸਰਕਾਰ ਦੇ ਜਿਹੜੇ ਵਿਧਾਇਕ ਨੇ ਉਹਨਾਂ ਪਾਸੇ ਇੱਕ ਪਾਸੇ ਤਾਂ ਖੁਦ ਕਹਿ ਰਹੇ ਨੇ ਕਿ ਸਾਨੂੰ ਅਪਰੋਚ ਹੋ ਰਹੀ ਹੈ, ਦੂਜੇ ਪਾਸੇ ਇੱਕ ਜਿਹੜਾ ਦੂਜੀ ਪਾਰਟੀ ਦਾ ਆਗੂ ਹੈ ਉਹ ਕਹਿ ਰਿਹਾ ਕਿ ਉਹ ਸਾਡੇ 'ਚ ਆਉਣਾ ਚਾਹੁੰਦੇ ਆ। ਮਤਲਬ ਭਰੋਸਗੀ ਮੱਦ ਤੱਕ ਸਰਕਾਰ 1 ਸਾਲ ਪੂਰਾ ਕਰਨ ਤੋਂ ਪਹਿਲਾਂ ਹੀ ਜਾ ਚੁੱਕੀ ਹੈ। ਸੱਤਾਧਾਰੀਆਂ 'ਤੇ ਸਵਾਲ ਉੱਠਣੇ ਸੁਭਾਵਿਕ ਹੈ, ਕਿਉਂਕਿ ਭਾਜਪਾ ਵਾਲਿਆਂ ਦਾ ਫੋਨ ਕਰਨ ਦਾ ਕਹਿਣਾ ਉਹਨਾਂ ਨੇ, ਉਸ ਤੋਂ ਬਾਅਦ ਆਪਰੇਸ਼ਨ ਲੋਟਸ ਦੀਆਂ ਚਰਚਾਵਾਂ, ਉਸ ਤੋਂ ਬਾਅਦ ਰਾਜਪਾਲ ਦਾ ਸੈਸ਼ਨ ਰੱਦ ਕਰਨਾ, ਇਹ ਸਾਰਾ ਜੋ ਪ੍ਰਕਰਨ ਹੈ ਇਹਨੇ ਆਮ ਆਦਮੀ ਪਾਰਟੀ ਦੇ ਵੱਲੋਂ ਸਰਕਾਰ ਵੱਲੋਂ ਜਿਹੜੀਆਂ ਅਪਰੋਚਸ ਨੇ, ਜਿਹੜੀਆਂ ਪਹੁੰਚਾਂ ਨੇ, ਉਹਨਾਂ 'ਤੇ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਚੁੱਕੇ ਨੇ। ਪਰ ਆਪਾਂ ਚਰਚਾ ਕਰਦੇ ਹਾਂ ਕਾਂਗਰਸ ਦੀ, ਜਿਹੜੇ ਬਾਰੇ ਕਿਹਾ ਜਾ ਰਿਹਾ, ਪ੍ਰਧਾਨ ਸਾਹਿਬ ਕਹਿ ਰਹੇ ਨੇ ਕਿ ਉਹਨਾਂ ਕੋਲੇ ਵਿਧਾਇਕ ਪਹੁੰਚ ਰਹੇ ਨੇ, ਪਰ ਦੂਜੇ ਪਾਸੇ ਉਹਨਾਂ ਦੇ ਆਪਦੇ ਹੀ ਲੀਡਰ ਜਿਹੜੇ ਆ ਉਹ ਪਹੁੰਚ ਤੋਂ ਦੂਰ ਹੁੰਦੇ ਜਾ ਰਹੇ ਨੇ। ਲੰਘੇ ਦਿਨਾਂ ਦੀਆਂ ਕੁਝ ਉਦਾਹਰਨਾਂ ਜੇ ਲਈਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਚੋਣਾਂ ਨੇ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਦੇ ਵਿੱਚ। ਗੁਜਰਾਤ ਦਾ ਬਹੁਤ ਵੱਡਾ ਲੀਡਰ ਜਿਹੜੀ ਪਾਰਟੀ ਨੂੰ ਇਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਵਾਲੇ ਜੁਆਇਨ ਕਰਨਾ ਚਾਹੁੰਦੇ ਨੇ, ਮੈਂ ਉਸ ਪਾਰਟੀ ਦੀ ਗੱਲ ਕਰ ਰਿਹਾ ਵਾਂ। ਹਾਰਦਿਕ ਪਟੇਲ ਕਾਂਗਰਸ ਦਾ ਇੱਕ ਬਹੁਤ ਵੱਡਾ ਚਿਹਰਾ ਸੀ, ਗੁਜਰਾਤ ਦੇ ਵਿੱਚ ਛੱਡ ਕੇ ਚਲਾ ਗਿਆ। ਇਸੇ ਤਰ੍ਹਾਂ ਜੇਕਰ ਆਨੰਦ ਸ਼ਰਮਾ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਲਈ ਪਾਰਟੀ ਦੀ ਜਿਹੜੀ ਸਟੀਅਰਿੰਗ ਕਮੇਟੀ ਸੀਗੀ ਉਹਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਹ ਕਹਿੰਦੇ ਨੇ ਕਿ ਚੋਣ ਪ੍ਰਕਿਰਿਆ ਤੋਂ ਮੈਨੂੰ ਬਾਹਰ ਰੱਖਿਆ ਵਾ, ਇਸ ਕਰਕੇ ਮੈਂ ਅਪਮਾਨਿਤ ਮਹਿਸੂਸ ਕਰ ਰਿਹਾ ਵਾਂ। ਇਸ ਤੋਂ ਪਹਿਲਾਂ ਗੁਲਾਮ ਨਬੀ ਆਜ਼ਾਦ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਦੀਆਂ ਜਿਹੜੀਆਂ ਸੰਭਾਵੀ ਚੋਣਾਂ ਹੋਣੀਆਂ ਨੇ, ਉਹ ਗੁਲਾਮ ਨਬੀ ਆਜ਼ਾਦ ਜਿਹੜੇ ਆ ਉਹ ਛੱਡ ਕੇ ਚਲੇ ਗਏ ਨੇ ਕਾਂਗਰਸ ਨੂੰ, ਤੇ ਚੋਣ ਮੁਹਿੰਮ ਕਮੇਟੀ ਦਾ ਮੁਖੀ ਬਣਾਇਆ ਗਿਆ ਸੀ, ਪਰ ਉਹ ਛੱਡ ਕੇ ਚਲੇ ਗਏ ਆ। ਤੇ ਇਹ ਜਿਹੜੇ 2-3 ਗਰੁੱਪ ਆ, 2-3 ਜਿਹੜੇ ਆਗੂ ਨੇ ਜਿਨ੍ਹਾਂ ਦਾ ਮੈਂ ਨਾਂ ਲੈ ਚੁੱਕਿਆ ਵਾਂ, ਆਨੰਦ ਸ਼ਰਮਾ ਜਾਂ ਗੁਲਾਮ ਨਬੀ ਆਜ਼ਾਦ, ਇਹਨਾਂ ਕੋਲੇ ਬਹੁਤ ਵੱਡੇ ਅਹੁਦੇ ਸੀ ਤੇ ਇਹ G23 ਦਾ ਇੱਕ ਹਿੱਸਾ ਸੀ। ਕਪਿਲ ਸਿੱਬਲ ਜਿਹੜੇ ਕਿ ਆਜ਼ਾਦ ਉਮੀਦਵਾਰ ਵਜੋਂ ਰਾਜ ਸਭਾ ਦੇ ਵਿੱਚ ਜਾ ਚੁੱਕੇ ਨੇ, ਤੇ ਹੁਣ ਗੁਲਾਮ ਨਬੀ ਆਜ਼ਾਦ ਨੇ ਤਾਂ ਦੂਜਾ ਕੈਪਟਨ ਬਣਨ ਦੀ ਠਾਣ ਲਈ, ਉਹ ਤਾਂ ਅਦਾ ਕਰ ਚੁੱਕੇ ਹੈ। ਉਹ ਕਹਿੰਦੇ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਵਾਲਾ ਰੋਲ ਅਦਾ ਕਰਨਾ ਹੈ, ਮਤਲਬ ਆਪ ਜਿੱਤਣਾ ਨਹੀਂ ਤੇ ਕਾਂਗਰਸ ਨੂੰ ਜਿੱਤਣ ਦੇਣਾ ਨਹੀਂ। ਠੀਕ ਹੈ। ਜੈਵੀਰ ਸ਼ੇਰਗਿੱਲ ਇੱਕ ਨੌਜਵਾਨ ਨੇਤਾ ਸੀਗੇ ਕਾਂਗਰਸ ਦੇ, ਉਹ ਕੁਇਟ ਕਰ ਚੁੱਕੇ ਨੇ। ਉਸ ਤੋਂ ਇਲਾਵਾ ਹਾਰਦਿਕ ਪਟੇਲ ਗੁਜਰਾਤ ਦੇ ਵਿੱਚੋਂ, RPN ਸਿੰਘ ਉੱਤਰ ਪ੍ਰਦੇਸ਼ ਦੇ ਵਿੱਚੋਂ, ਅਸ਼ਵਨੀ ਕੁਮਾਰ ਜਿਹੜੇ 4 ਦਹਾਕਿਆਂ ਤੋਂ ਜੁੜੇ ਹੋਏ ਸੀਗੇ ਉਹ ਛੱਡ ਕੇ ਚਲੇ ਗਏ ਨੇ, ਜੋਤੀਰਾਏ ਸਿੰਧੀਆ ਮੱਧ ਪ੍ਰਦੇਸ਼ ਵਾਲੇ, ਜਤਨ ਪ੍ਰਸਾਦ, ਕਪਿਲ ਸਿੱਬਲ ਦਾ ਮੈਂ ਨਾਂ ਲੈ ਚੁੱਕਿਆ ਵਾਂ। ਹੁਣ ਦੇਖੋ ਕਾਂਗਰਸ ਦੀ ਹਾਲਾਤ ਕੀ ਹੈ। ਜੋਤੀਰਾਏ ਸਿੰਧੀਆ ਨੇ ਪਾਰਟੀ ਛੱਡੀ, ਪਾਰਟੀ ਦੇ ਵਿੱਚ ਝਗੜਾ ਹੋਇਆ, ਕਮਲਨਾਥ ਦੀ ਸਰਕਾਰ ਸੀ, ਡਿੱਗ ਪਈ। ਕਾਂਗਰਸ ਛੱਡ ਕੇ ਜੋਤੀਰਾਏ ਸਿੰਧੀਆ ਚਲੇ ਗਏ, BJP ਨੇ ਸਰਕਾਰ ਬਣਾ ਲਈ। ਮਹਾਰਾਸ਼ਟਰ ਦੇ ਵਿੱਚ ਕੀ ਹੋਇਆ? ਕਾਂਗਰਸ ਸੱਤਾ ਦੇ ਵਿੱਚ ਸੀ ਮਹਾਰਾਸ਼ਟਰ ਦੇ ਵਿੱਚ, ਏਕਨਾਥ ਸ਼ਿੰਦੇ BJP ਦੇ ਵਿੱਚ ਗਿਆ, ਕਾਂਗਰਸ ਦੀ ਉੱਥੇ ਵੀ ਸਰਕਾਰ ਡਿੱਗ ਪਈ। ਗੋਆ ਦੇ ਵਿੱਚ ਤਾਜ਼ਾ 8 MLA ਉੱਥੇ ਚਲੇ ਗਏ ਨੇ। ਠੀਕ ਹੈ। ਜੇਕਰ ਪੰਜਾਬ ਦੇ ਵਿੱਚ ਆ ਜਾਈਏ ਆਪਾਂ, ਪੰਜਾਬ ਦੇ ਵਿੱਚ ਸੁਨੀਲ ਜਾਖੜ ਤੋਂ ਲੈ ਕੇ ਜਿਹੜੇ ਆ ਉਹ ਉਹਨਾਂ ਤੋਂ ਲੈ ਕੇ ਤੇ ਤਕਰੀਬਨ ਬਲਬੀਰ ਸਿੱਧੂ ਤੱਕ ਜੇ ਆਪਾਂ ਆਈਏ ਤਾਂ
ਰਾਣਾ ਗੁਰਮੀਤ ਸਿੰਘ ਸੋਢੀ, ਰਾਜਕੁਮਾਰ ਵੇਰਕਾ, ਇਸ ਤੋਂ ਇਲਾਵਾ ਜੇਕਰ ਨਾਂ ਲਈਏ ਬਲਬੀਰ ਸਿੱਧੂ ਦਾ, ਫਤਿਹ ਜੰਗ ਬਾਜਵਾ ਦਾ, ਇਹ ਭਾਜਪਾ ਦੀ ਗੋਦੀ 'ਚ ਆਲਰੇਡੀ ਬੈਠ ਚੁੱਕੇ ਨੇ। ਤੇ ਚਰਚਾਵਾਂ ਇਹ ਵੀ ਰਹਿੰਦੀਆਂ ਨੇ ਕਿ ਕਈ ਸੀਨੀਅਰ ਕਾਂਗਰਸੀ ਆਗੂ ਇਹੋ ਜਿਹੇ ਨੇ ਜਿਹੜੇ ਅੰਦਰ ਖਾਤੇ ਭਾਜਪਾ ਵਾਲੇ ਪਾਸੋਂ ਹੀ ਖੇਡ ਰਹੇ ਆ, ਪਰ ਇਹ ਪਾਲਾ ਬਦਲ ਲੈਣਗੇ। ਜਿਵੇਂ ਕੈਪਟਨ ਅਮਰਿੰਦਰ ਸਿੰਘ ਬਾਰੇ ਆਪਾਂ ਕਹਿ ਸਕਦੇ ਹਾਂ ਕਿ ਉਹ ਖੇਡਦੇ ਭਾਜਪਾ ਵਾਲੇ ਪਾਸਿਓਂ ਰਹੇ, ਪਰ ਹੁਣ ਉਹਨਾਂ ਨੇ ਅਫੀਸ਼ੀਅਲ ਤੌਰ ਤੇ ਬੀਜੇਪੀ ਨੂੰ ਜੁਆਇਨ ਕਰ ਲਿਆ। ਇੱਕ ਪਾਸੇ ਪੰਜਾਬ ਦੇ ਵੱਡੇ ਲੀਡਰ ਵਿਜੀਲੈਂਸ ਦੇ ਛਾਪਿਆਂ ਦੇ ਸਤਾਏ ਪਏ ਨੇ। ਹੁਣ ਤਾਜ਼ਾ ਮਸਲਾ ਰਾਣਾ KP ਸਿੰਘ ਦਾ ਮਾਈਨਿੰਗ ਦੇ ਦੋਸ਼ ਲੱਗੇ ਨੇ। ਅਰੋੜਾ ਸਾਹਿਬ ਤੋਂ ਵੀ ਪੁੱਛ ਪੜਤਾਲ ਕੀਤੀ ਗਈ ਹੈ। ਭਾਰਤ ਭੂਸ਼ਣ ਆਸ਼ੂ ਵਾਲਾ ਮਸਲਾ, ਸਾਧੂ ਸਿੰਘ ਧਰਮਸੋਤ ਵਾਲਾ ਮਸਲਾ, ਚਰਨਜੀਤ ਚੰਨੀ ਵਾਲਾ ਮਸਲਾ, ED ਦੀਆਂ ਰੇਡਾਂ ਪਈਆਂ ਨੇ। ਸੋ ਇਹਨਾਂ 'ਤੇ ਤਾਂ ਵਿਜੀਲੈਂਸ ਨੇ ਸ਼ਿਕੰਜਾ ਜਿਹੜਾ ਕੱਸਿਆ ਹੋਇਆ ਹੈ। ਇਸ ਤੋਂ ਇਲਾਵਾ ਹੋਰ ਬਹੁਤ ਘੁਟਾਲੇ ਨੇ ਜਿਨ੍ਹਾਂ ਦੇ ਵਿੱਚ ਕਾਂਗਰਸੀ ਆਗੂਆਂ ਦੀ ਜਿਹੜੀ ਜਾਨ ਆ ਉਹ ਕੁੜੀਕੀ ਦੇ ਵਿੱਚ ਫਸ ਸਕਦੀ ਹੈ। ਦੂਜੇ ਪਾਸੇ ਭਾਜਪਾ ਜਿਹੜੀ ਆ ਉਹ ਲਗਾਤਾਰ ਕਾਂਗਰਸੀਆਂ ਨੂੰ ਆਪਣੇ ਨਾਲ ਰਲਾ ਰਹੀ ਆ, ਔਰ ਭਾਜਪਾ ਤਾਂ ਇੰਨਾ ਕੁ ਰੱਜ ਆ ਗਿਆ, ਉਹ ਕਹਿੰਦੇ ਹੁਣ ਅਸੀਂ ਕਾਂਗਰਸੀ ਲੈਣੇ ਨਹੀਂ। ਉਹਨਾਂ ਨੇ ਸਾਧੂ ਸਿੰਘ ਧਰਮਸੋਤ ਨੂੰ ਨਾ ਕਰਤੀ ਹੈ ਵੀ ਤੂੰ ਭਾਈ ਦਾਗੀ ਹੈ ਤੇ ਅਸੀਂ ਤੈਨੂੰ ਸ਼ਾਮਲ ਨਹੀਂ ਕਰਨਾ। ਹੁਣ ਇਹ ਵੀ ਹੋ ਸਕਦਾ ਕਿ ਕਈ ਕਾਂਗਰਸੀ ਟਾਈਮ ਆਉਣ 'ਤੇ ਭਾਜਪਾ ਵਾਲੇ ਪਾਸੇ ਖੇਡ ਜਾਣ, ਕਿਉਂਕਿ ਉਹਨਾਂ ਕੋਲ ਏਜੰਸੀਜ਼ ਨੇ ਤੇ ਉਹਨਾਂ ਨੇ ਏਜੰਸੀਜ਼ ਦੇ ਨਾਲ ਦੇਸ਼ ਦੇ ਵਿੱਚ ਵਿਰੋਧੀ ਧਿਰ ਦੇ ਜਿੰਨੇ ਵੀ ਆਗੂ ਹੈ ਉਹਨਾਂ ਨੂੰ ਆਪਣੇ ਨਾਲ ਲਾਉਣਾ ਹੈ। ਇੱਕ ਤੁਹਾਨੂੰ ਅੰਕੜਾ ਦੱਸ ਦਿੰਦਾ, ਜਦੋਂ UPA ਦੀ ਸਰਕਾਰ ਸੀ 2004 ਤੋਂ 2014 ਤੱਕ, ਉਦੋਂ 78 ਆਗੂਆਂ ਨੂੰ 78 ਤੋਂ ਲੈ ਕੇ 80-85 ਆਗੂਆਂ ਨੂੰ ਜਿਹੜਾ ਉਹਨਾਂ 'ਤੇ ਪਰਚੇ ਦਰਜ ਕੀਤੇ ਗਏ, ਉਹਨਾਂ 'ਤੇ ਛਾਪੇ ਮਾਰੀਆਂ ਹੋਈਆਂ। ਪਰ ਜਿਹੜੀ ਹੁਣ NDA ਵਾਲੀ ਹੈ 2014 ਤੋਂ 2022 ਤੱਕ, ਇਹਨਾਂ ਨੇ 8 ਸਾਲਾਂ ਦੇ ਵਿੱਚ ਇਹਨਾਂ ਛਾਪਿਆਂ ਦੀ ਗਿਣਤੀ 132 33 135 40 ਦੇ ਕਰੀਬ ਕਰ ਦਿੱਤੀ ਹੈ। ਸੋ ਤੁਸੀਂ ਹੁਣ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਛਾਪੇਮਾਰੀ ਨਾਲ ਕਿੰਨਾ ਕੁ ਵਿਰੋਧੀ ਧਿਰ ਦੇ ਆਗੂਆਂ ਨੂੰ ਡਰਾਇਆ ਤੇ ਧਮਕਾਇਆ ਜਾਂਦਾ ਹੈ। ਹੁਣ ਖੈਰ, ਪਰ ਆਪਾਂ ਲੰਘੀ ਸਰਕਾਰ ਦੇ ਵਿੱਚ ਦੇਖਿਆ ਕਿ ਕਿਵੇਂ ਨਾਜ਼ਰ ਸਿੰਘ ਮਾਨਸ਼ਾਹੀਆ, ਜਗਦੇਵ ਕਮਾਲੂ, ਪਿਰਮਲ ਸਿੰਘ ਧੌਲਾ, ਸੁਖਪਾਲ ਖਹਿਰਾ ਇਹ ਸਮਾਂ ਰਹਿੰਦਿਆਂ ਪਾਲਾ ਬਦਲ ਕੇ ਕਾਂਗਰਸ ਦੇ ਵਿੱਚ ਚਲੇ ਗਏ। ਹੁਣ ਕਾਂਗਰਸ ਦੇ ਵਿੱਚ ਇਹ ਆਏ, ਕਾਂਗਰਸ ਦੇ ਵਿੱਚੋਂ ਸੁਨੀਲ ਜਾਖੜ, ਰਾਜਕੁਮਾਰ ਵੇਰਕਾ, ਰਾਣਾ ਗੁਰਮੀਤ ਸੋਢੀ, ਫਤਿਹ ਜੰਗ ਬਾਜਵਾ, ਬਲਬੀਰ ਸਿੱਧੂ ਵਰਗੇ ਭਾਜਪਾ ਦੇ ਵਿੱਚ ਚਲੇ ਗਏ। ਮਤਲਬ ਕੀ ਹੈ ਕਿ ਸਿਆਸਤ ਦਾ ਕੋਈ ਅਖਲਾਕ ਨਹੀਂ ਹੈ। ਸਿਆਸਤ ਮੌਕਾ ਪ੍ਰਸਤੀ ਦੀ ਖੇਡ ਹੈ। ਸਿਆਸਤ ਹੁਣ ਸੇਵਾ ਨਹੀਂ ਹੈ। ਸਿਆਸਤ ਹੁਣ ਵਪਾਰ ਹੈ ਤੇ ਵਪਾਰ ਦੇ ਵਿੱਚ ਹਮੇਸ਼ਾ ਨਫਾ ਤੇ ਨੁਕਸਾਨ ਦੇਖਿਆ ਜਾਂਦਾ ਹੈ। ਸਿਆਸੀ ਲੋਕ ਨੇ ਜਿਹੜੇ ਮੌਕਾ ਪ੍ਰਸਤ ਨੇ, ਕੋਈ ਪੋਲੀਟੀਕਲ ਆਈਡੀਓਲੋਜੀ ਨਹੀਂ ਹੈ, ਕੋਈ ਸਿਧਾਂਤ ਨਹੀਂ ਹੈ, ਕੋਈ ਐਥਿਕਸ ਨਹੀਂ ਹੈ, ਕੋਈ ਨੈਤਿਕਤਾ ਨਹੀਂ ਹੈ। ਇਹ ਸਾਰੀਆਂ ਚੀਜ਼ਾਂ ਸਿਆਸਤ ਦੇ ਵਿੱਚੋਂ ਮਨਫੀ ਨੇ। ਬੇਸ਼ੱਕ ਕਾਂਗਰਸ ਪ੍ਰਧਾਨ ਦਾਅਵਾ ਤਾਂ ਕਰ ਰਹੇ ਨੇ, ਪਰ ਕਾਂਗਰਸ ਦੀ ਦੇਸ਼ ਭਰ ਦੇ ਵਿੱਚ ਕੀ ਸਥਿਤੀ ਆਪਾਂ ਦੇਖ ਚੁੱਕੇ ਹਾਂ ਸਾਰੀ ਰਿਪੋਰਟ ਦੇ ਵਿੱਚ। ਪਰ ਇਸ ਗੱਲ ਤੋਂ ਭੱਜਿਆ ਨਹੀਂ ਜਾ ਸਕਦਾ ਕਿ ਕਈ ਲੋਕ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਉਹਨਾਂ ਨੂੰ ਲੱਗਿਆ ਕਿ ਕਾਂਗਰਸ ਦੇ ਜੁਆਇਨ ਕਰ ਜਾਣਗੇ ਤਾਂ ਉਹ ਇਸ ਗੱਲੋਂ ਭੱਜਣਗੇ ਨਹੀਂ ਕਿ ਉਹਨਾਂ ਨੇ ਪਾਰਟੀ ਨੂੰ ਛੱਡਿਆ ਤੇ ਕਾਂਗਰਸ ਜੁਆਇਨ ਕਰ ਰਹੇ ਨੇ। ਨਾਜ਼ਰ ਸਿੰਘ ਮਾਨਸ਼ਾਹੀਆ, ਪਿਰਮਲ ਧੌਲਾ, ਜਗਦੇਵ ਕਮਾਲੂ ਦੀਆਂ ਮੈਂ ਉਦਾਹਰਨਾਂ ਦੇ ਚੁੱਕਿਆ। ਨਿੱਕੇ ਮੋਟੇ ਪੱਧਰ 'ਤੇ ਤਾਂ ਬਹੁਤ ਸਾਰੇ ਲੋਕਾਂ ਨੇ ਕਾਂਗਰਸ ਜੁਆਇਨ ਕੀਤੀ ਹੋਣੀ ਉਸ ਟਾਈਮ ਜਦੋਂ ਸੱਤਾਧਾਰੀ ਸੀਗੇ। ਅੱਜ ਲੋਕ ਸੱਤਾਧਾਰੀਆਂ ਨੂੰ ਜੁਆਇਨ ਕਰ ਰਹੇ ਨੇ, ਜਾਂ ਜਿਨ੍ਹਾਂ ਨੂੰ ਭਵਿੱਖ ਦੇ ਸੱਤਾਧਾਰੀ ਦਿਖਦੇ ਆ ਉਹਨਾਂ ਨੂੰ ਜੁਆਇਨ ਕਰ ਰਹੇ ਨੇ। ਮੁੱਖ ਦੀ ਗੱਲ ਇਹ ਹੈ ਕਿ ਇਸ ਪੂਰੀ ਡਿਬੇਟ ਦੇ ਵਿੱਚੋਂ ਪੰਜਾਬ ਦਾ ਕੱਖ ਨਹੀਂ ਬਣਨਾ। ਇਹਨਾਂ ਦਾ ਜਿਹੜਾ ਉੱਤਰ ਕਾਟੋ ਮੈਚੜਾਂ ਵਾਲੀ ਖੇਡ ਆ ਇਸੇ ਤਰ੍ਹਾਂ ਚੱਲਦੀ ਰਹਿਣੀ ਹੈ। ਪੰਜਾਬ ਦੇ ਲੋਕਾਂ ਨੇ ਰਵਾਇਤੀ ਧਿਰਾਂ ਨੂੰ ਨਕਾਰ ਕੇ ਬੜੀ ਉਮੀਦ ਨਾਲ ਪੰਜਾਬ ਸਰਕਾਰ ਨੂੰ ਚੁਣਿਆ ਤੇ ਪੰਜਾਬ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਉਹ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉਤਰੇ। ਦੂਜੇ ਪਾਸੇ ਸਿਆਸਤਦਾਨਾਂ ਦਾ ਵੀ ਫਰਜ਼ ਬਣਦਾ ਹੈ ਕਿ ਨਿਰਾਪੁਰਾ ਆਪਦੇ ਘਰ ਭਰਨੇ, ਮਾਈਨਿੰਗ ਕਰਕੇ, ਰੇਤਾ ਬਜਰੀ ਵੇਚ ਕੇ, ਨਸ਼ਾ ਵੇਚ ਕੇ ਜਾਂ ਹੋਰ ਤਰ੍ਹਾਂ ਦੇ ਹੱਥਕੰਡੇ ਅਪਣਾ ਕੇ ਸਿਰਫ ਆਪਣਾ ਘਰ ਭਰਨਾ ਹੀ ਸਿਆਸਤ ਨਹੀਂ ਹੁੰਦਾ। ਸਿਆਸਤ ਦਾ ਮਤਲਬ ਲੋਕਾਂ ਦੇ ਨੇੜੇ ਰਹਿ ਕੇ, ਲੋਕਾਂ ਦੇ ਨਾਲ ਰਲ ਕੇ, ਲੋਕਾਂ ਦੀ ਆਵਾਜ਼ ਬਣਨਾ ਹੁੰਦਾ ਹੈ। ਇੱਕ MLA ਸਿਰਫ ਵਿਧਾਇਕ ਇਸ ਕਰਕੇ ਨਹੀਂ ਹੁੰਦਾ ਕਿ ਉਹਦੇ ਕੋਲੇ ਸਿਕਿਉਰਿਟੀ ਵਾਲੀ ਗੱਡੀ ਹੁੰਦੀ ਹੈ, ਉਹਦੇ ਕੋਲੇ ਸਰਕਾਰੀ ਡਰਾਈਵਰ ਹੁੰਦਾ ਹੈ, ਗਨਮੈਨ ਹੁੰਦੇ, ਨਹੀਂ। ਉਹ ਉਹਨੇ ਪਿੰਡਾਂ ਦਾ, ਉਹਨੇ ਜ਼ਿਲ੍ਹੇ ਦਾ, ਉਹਨੇ ਹਲਕੇ ਦਾ ਉਹ ਨੁਮਾਇੰਦਾ ਹੁੰਦਾ ਅਤੇ ਉਹਨੇ ਸਰਕਾਰ ਤੋਂ ਆਪਦੇ ਹਲਕੇ ਦੇ ਕੰਮ ਕਰਾਉਣੇ ਹੁੰਦੇ ਆ। MLA ਦਾ ਮਤਲਬ MLA ਹੋਸਟਲ ਦੇ ਵਿੱਚ ਰਹਿ ਕੇ ਉਹ ਫਲਾਈਟਾਂ ਨੂੰ ਦੱਬਣਾ ਨਹੀਂ ਹੁੰਦਾ। MLA ਦਾ ਮਤਲਬ ਆਪਣੀਆਂ ਹਲਕੇ ਦੀਆਂ ਪੰਚਾਇਤਾਂ, ਹਲਕੇ ਦੇ ਕੰਮਾਂ ਨੂੰ ਤਰਜੀਹੀ ਆਧਾਰ 'ਤੇ ਲਿਜਾ ਕੇ ਸਰਕਾਰ ਦੇ ਵਿੱਚ ਰੱਖਣਾ ਹੁੰਦਾ। ਔਰ ਪੰਜਾਬ ਦੇ ਵਿੱਚੋਂ ਪਿਛਲੇ ਕੁਝ ਸਮੇਂ ਤੋਂ, ਤਕਰੀਬਨ ਪਿਛਲੇ 3-4 ਦਹਾਕਿਆਂ ਤੋਂ ਇਹ ਜਿਹੜੀ ਲੋਕ ਪੱਖੀ ਜਿਹੜੀ ਸਿਆਸਤ ਹੈ, ਲੋਕ ਨੁਮਾਇੰਦਗੀ ਵਾਲੀ ਜਿਹੜੀ ਸਿਆਸਤ ਹੈ, ਸਾਡੇ ਦੇਸ਼ ਦੇ ਵਿੱਚੋਂ ਹੀ ਖੰਭ ਲਾ ਕੇ ਉੱਡ ਚੁੱਕੀ ਹੈ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਅੱਜ ਕੱਲ੍ਹ ਸਿਆਸਤਦਾਨ ਵਪਾਰੀ ਬਣ ਚੁੱਕੇ ਨੇ, ਅਦਾਕਾਰ ਬਣ ਚੁੱਕੇ ਨੇ। ਉਹ ਇਉਂ ਰਿਐਕਟ ਕਰਦੇ ਨੇ ਜਿਵੇਂ ਉਹ ਸੈਲੀਬ੍ਰਿਟੀ ਹੁੰਦੇ ਨੇ। ਉਹਨਾਂ ਦੇ ਵਿੱਚੋਂ ਨੁਮਾਇੰਦਗੀ ਵਾਲੀ ਫੀਲਿੰਗ ਜਾ ਚੁੱਕੀ ਹੈ। ਉਹ ਇਉਂ ਰਿਐਕਟ ਕਰਦੇ ਨੇ ਜਿਵੇਂ ਉਹ ਬਹੁਤ ਤਕੜੇ ਰਾਜਨੇਤਾ ਹੋਣ, ਬਹੁਤ ਤਕੜੇ ਇੱਕ ਸਿਨੇਮਾ ਦੇ ਅਦਾਕਾਰ ਹੋਣ। ਅਦਾਕਾਰੀਆਂ ਕਰਨਾ,
ਲੋਕਾਂ ਤੇ ਦੂਸ਼ਣਬਾਜ਼ੀਆਂ ਲਾਉਣਾ, ਕਰੈਕਟਰ ਅਸਾਸੀਨੇਸ਼ਨ ਕਰਨਾ ਇਹ ਸਿਆਸਤ ਦਾ ਕੰਮ ਕਦੇ ਹੀ ਨਹੀਂ ਸੀ। ਬਹੁਤ ਬਹੁਤ